ਸਤਿ ਸ਼੍ਰੀ ਅਕਾਲ ਦੋਸਤੋ। ਸਮਾਂ ਕੋਈ ਜ਼ਿਆਦਾ ਹਾਲਾਤ ਚੰਗੇ ਨਹੀਂ ਹੈ। ਸਮਾਂ ਕੋਈ ਫੇਵਰੇਬਲ ਨਹੀਂ ਚੱਲ ਰਿਹਾ, ਮਾੜੇ ਹਾਲਾਤ ਹੈ। ਨੰਦੇੜ ਸਾਹਿਬ ਤੋਂ ਸ਼ਰਧਾਲੂ ਤਾਂ ਆ ਗਏ, ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸਾਡੀ ਲੋਕ ਹੈ, ਸਾਡੀ ਪਰਿਵਾਰ ਹੈ, ਲੇਕਿਨ ਪੰਜਾਬ ਦੇ ਹਾਲਾਤ ਕਾਫੀ ਵਿਗੜ ਗਏ ਨੇ। ਅੱਜ 3,000 ਬੰਦੇ ਤੋਂ 600 ਲੋਕਾਂ ਦਾ ਟੈਸਟ ਹੋਇਆ। ਮੇਰੇ ਖਿਆਲ ਜਿਹਦੇ ਵਿੱਚੋਂ ਤਕਰੀਬਨ 100 ਲੋਕ ਪੋਜ਼ਿਟਿਵ ਆ ਗਏ, ਯਾਨੀ ਕਿ ਅੰਕੜਾ ਸਿੱਧਾ ਜਿਹੜਾ ਸਵਾ ਮਹੀਨੇ ਤੋਂ 350 ਹੀ ਉੱਥੇ ਬਰਕਰਾਰ ਸੀ, ਉਹ 100 ਵੱਧ ਗਿਆ। ਚਲੋ ਜੋ ਵੀ ਹੋਇਆ ਕਰੇ ਕਰਾਵੇ ਆਪਣੇ ਆਪ, ਜੋ ਕੁਦਰਤ ਨੂੰ ਮਨਜ਼ੂਰ ਹੈ, ਜੋ ਪਰਮਾਤਮਾ ਨੂੰ ਮਨਜ਼ੂਰ ਹੈ। ਲੇਕਿਨ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਹਾਂ, ਜਦੋਂ ਤੋਂ ਲੋਕਾਂ 'ਚ ਜਾ ਰਹੇ ਹਾਂ, ਭਾਸ਼ਣ ਦੇ ਰਹੇ ਹਾਂ ਜਾਂ ਲਾਈਵ ਹੋ ਰਿਹਾ, ਕਿ ਸਿਆਸਤ ਨਾ ਕਰੋ। ਜਦੋਂ ਤੁਸੀਂ ਸਿਆਸਤ ਕਰੋਗੇ ਇਹੋ ਜਿਹੀ ਕੁਦਰਤ ਦੀ ਮਾਰ ਦੇ ਵਿੱਚ, ਜਦੋਂ ਰੱਬ ਰਾਜੀ ਨਹੀਂ ਹੈ, ਉਸ ਸਮੇਂ ਜਦੋਂ ਸਿਆਸਤ ਕਰੋਗੇ ਤਾਂ ਨੁਕਸਾਨ ਹੋਏਗਾ। ਲੇਕਿਨ ਕੁਝ ਲੋਕਾਂ ਨੇ, ਜਿਨ੍ਹਾਂ ਨੇ ਘਰੋਂ ਬਾਹਰ ਨਹੀਂ ਨਿਕਲੇ ਸਵਾ ਮਹੀਨਾ, ਉਹ ਲੋਕ, ਤੁਸੀਂ ਸਮਝ ਸਕਦੇ ਹੋ ਕਿ ਮੈਂ ਕਿੱਲਾਂ ਵੱਲ ਇਸ਼ਾਰਾ ਕਰ ਰਿਹਾ, ਜਿਨ੍ਹਾਂ ਦੀ ਕਿ ਕੱਲ੍ਹ ਪਰਸੋਂ ਫੋਟੋ ਮਿਲੀ ਸੀ 2-4 ਦਿਨ ਪਹਿਲਾਂ, ਕਿ ਆਪਦੇ ਹੀ ਬੱਸ ਅੱਡੇ 'ਚ ਜਾ ਕੇ ਉਹਨਾਂ ਨੇ ਸੈਨੀਟਾਈਜ਼ਰ ਵੰਡੇ, ਮਾਸਕ ਵੰਡੇ। ਹਾਲਾਂਕਿ ਆਪਦੇ ਮੂੰਹ 'ਤੇ ਮਾਸਕ 4,000 ਰੁਪਏ ਦਾ ਮਾਸਕ ਲੱਗਿਆ ਸੀ, ਲੋਕਾਂ ਨੂੰ ਉੱਥੋਂ ਬਣਾ ਕੇ ਮਾਸਕ ਦਿੱਤੇ। ਜਿਨ੍ਹਾਂ ਨੇ ਸਵਾ ਮਹੀਨੇ ਕਿਸੇ ਨੂੰ ਹਵਾ ਨਹੀਂ ਵਿਖਾਈ, ਉਹਨਾਂ ਲੋਕਾਂ ਨੇ ਕਿੱਥੇ। ਤੇ ਕੱਲ ਇੱਕ ਭਾਈ ਸਾਹਿਬ ਦੀ ਫੋਟੋ ਲੱਗੀ ਸੀ, ਉਹ ਡੱਬੇ ਆਪਦੇ ਹੀ ਲੀਡਰਾਂ ਨੂੰ ਸੈਨੀਟਾਈਜ਼ਰ ਦੇ ਵੰਡ ਰਹੇ ਸਨ। ਉਹਨਾਂ ਲੋਕਾਂ ਨੇ ਪਿਛਲੇ 10 ਦਿਨਾਂ ਤੋਂ ਰਾਜਨੀਤੀ ਕਰ ਰਹੇ ਨੇ ਕਿ ਸੈਂਟਰ ਨੇ ਇੰਨਾ ਪੈਸਾ ਦਿੱਤਾ, ਫਲਾਂ ਪੈਸਾ ਦਿੱਤਾ। ਸਾਡਾ ਹੱਕ ਹੈ ਯਾਰ, ਸਾਰੀਆਂ ਸਟੇਟਾਂ ਦਾ ਉਹ ਪੈਸਾ ਜਿਹੜਾ ਟੈਕਸ ਜਾਂਦਾ ਉਹਦਾ ਬਕਾਇਆ ਮੋੜ ਕੇ ਦਿੰਦੇ। ਅੱਜ ਵੀ GST ਉਹਨਾਂ ਦੇ ਵੱਲ ਖੜਾ ਹੈ। ਅਸੀਂ ਹੁਣ ਕਹੀਏ ਵੀ ਉਹ ਜਾਣ ਕੇ ਨਹੀਂ ਦਿੰਦੇ ਜਾਂ ਫਲਾਂ ਨਹੀਂ ਦਿੰਦੇ, ਇਹ ਕਹਿ, ਜੇ ਕੋਈ ਕਿਸ਼ਤ ਆ ਗਈ ਤਾਂ ਇਹ ਭਾਈ ਸਾਹਿਬ ਕਹਿੰਦੇ ਕਿ ਦੇਖੋ ਸੈਂਟਰ 'ਚੋਂ ਪੈਸਾ ਆ ਗਿਆ। ਰਾਜਨੀਤੀ ਘਰੋਂ ਨਹੀਂ ਨਿਕਲਣਾ, ਕਿਉਂਕਿ ਘਰੋਂ ਤਾਂ ਇਹਨਾਂ ਨੂੰ ਮੌਤ ਦਾ ਡਰ ਹੈ। ਤਕੜੇ ਲੋਕ ਨੇ, ਅਮੀਰ ਲੋਕ ਨੇ, ਦੁਨੀਆ ਮਰਦੀ ਹੈ ਤਾਂ ਮਰ ਜਾਏ, ਕੋਈ ਦਾਨ ਨਹੀਂ, ਪੁੰਨ ਨਹੀਂ ਕਰਨਾ। ਮੈਨੂੰ ਨਹੀਂ ਲੱਗਦਾ ਕੋਈ ਖਬਰ ਆਈ ਹੋਵੇ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚ ਕੋਈ ਪਰਿਵਾਰ ਨੇ 10 ਕਰੋੜ ਰੁਪਇਆ ਦਿੱਤਾ ਹੋਵੇ, ਜਾਂ 5 ਕਰੋੜ ਦਿੱਤਾ ਹੋਵੇ, ਜਾਂ ਕਰੋੜ ਦਿੱਤਾ ਹੋਵੇ। ਨਹੀਂ, ਲੇਕਿਨ ਰਾਜਨੀਤੀ ਕੀਤੀ। ਫਿਰ ਰਾਜਨੀਤੀ ਕੀਤੀ ਹਜੂਰ ਸਾਹਿਬ ਦੇ ਯਾਤਰੀਆਂ ਤੇ। ਇਹਨਾਂ ਨੇ ਕਿਹਾ ਕੋਈ ਮੁੱਦਾ ਨਹੀਂ, ਤਾਂ ਇਹਨਾਂ ਨੇ ਕਿਹਾ ਕਿ ਹਜੂਰ ਸਾਹਿਬ 'ਚ ਯਾਤਰੀ ਫਸੇ ਹੋਏ ਹੈ, ਸ਼ਰਧਾਲੂ ਫਸੇ ਹੋਏ ਹੈ, ਸਰਕਾਰ ਸੁੱਤੀ ਪਈ ਹੈ, ਸਰਕਾਰ ਕੁਛ ਨਹੀਂ ਕਰ ਰਹੀ। ਮੈਂ ਪਰਮਿਸ਼ਨ ਲੈ ਰਹੀ ਹੈ ਮਹਾਰਾਸ਼ਟਰ ਸਰਕਾਰ ਤੋਂ। ਸੋ ਐਸਾ ਉਹ ਦਿਮਾਗ ਦੇ ਵਿੱਚ ਇਹ ਘਟਨਾਕ੍ਰਮ ਚਲਾਇਆ ਲੋਕਾਂ ਦੇ। ਪੰਜਾਬ ਦੇ ਲੋਕਾਂ ਨੂੰ ਵੀ ਲੱਗ ਰਿਹਾ ਸੀ ਕਿ ਸ਼ਾਇਦ ਸਰਕਾਰ ਕੁਝ ਨਹੀਂ ਕਰ ਰਹੀ ਹੈ, ਸਰਕਾਰ ਲੈ ਕੇ ਨਹੀਂ ਆ ਰਹੀ ਸ਼ਰਧਾਲੂਆਂ ਨੂੰ। ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਕਹਿ ਰਹੇ ਨੇ, ਹਰਸਿਮਰਤ ਜੀ ਕੌਰ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਬੱਸਾਂ ਭੇਜ ਦਿੰਦੇ ਹਾਂ। 5 ਬੱਸਾਂ ਆਪਦੀਆਂ ਭੇਜੀਆਂ, 5 ਕੇ 7 ਕੇ 10 ਸਾਰੀਆਂ ਬੱਸਾਂ ਸਰਕਾਰ ਨੇ ਭੇਜੀਆਂ। ਅੱਜ ਸਰਕਾਰ ਦੇ ਡਰਾਈਵਰ ਵੀ ਵਿਚਾਰੇ ਕੁਆਰੰਟਾਈਨ ਕੀਤੇ ਹੋਏ ਆ। ਹੁਣੇ ਉਹਨਾਂ ਡਰਾਈਵਰਸ ਦਾ ਮੈਨੂੰ ਫੋਨ ਆ ਰਿਹਾ ਕਿ ਸਾਡਾ ਕੀ ਕਸੂਰ ਹੈ, ਇਸ ਤਾਂ ਲੈ ਕੇ ਆਏ ਆ ਨਾਲ, ਸਾਨੂੰ ਤਾਂ ਚੈੱਕ ਕਰਾ ਲਓ। ਉਹਨਾਂ ਨੂੰ ਵੀ ਰਹਿਣਾ ਪੈ ਰਿਹਾ। ਸੋ ਇਹ ਰਾਜਨੀਤੀ ਦਾ ਨਤੀਜਾ ਭੁਗਤਣ ਨੂੰ ਮਿਲਿਆ ਕਿ ਅੱਜ 600 ਸ਼ਰਧਾਲੂਆਂ 'ਚੋਂ 100 ਸ਼ਰਧਾਲੂ ਪੋਜ਼ਿਟਿਵ ਆ ਗਿਆ। ਕੁਝ ਗਲਤੀਆਂ ਸਾਡੇ ਲੋਕਾਂ ਦੀਆਂ ਵੀ ਹੈ, ਉਹਨਾਂ ਨੂੰ ਚੈੱਕ ਕਰਕੇ ਲਿਆਉਣਾ ਚਾਹੀਦਾ ਸੀ ਉੱਥੋਂ, ਉਹਨਾਂ ਨੂੰ ਟਰਨ ਵਾਈਜ਼ ਲੈ ਕੇ ਆਉਣਾ ਚਾਹੀਦਾ ਸੀ। ਮਹਾਰਾਸ਼ਟਰ ਸਰਕਾਰ ਨਾਲ ਅਗਰ ਤੁਸੀਂ ਪਰਮਿਸ਼ਨ ਲੈ ਰਹੇ ਸੀ ਜਾਂ ਕੇਂਦਰ ਸਰਕਾਰ ਗੱਲ ਕਰ ਰਹੀ ਸੀ, ਤਾਂ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਉੱਥੇ ਹੀ ਹੁੰਦਾ। ਉੱਥੇ ਉਹਨਾਂ ਦਾ 500 ਲੋਕਾਂ ਦਾ ਟੈਸਟ ਹੁੰਦਾ ਅਤੇ ਉਹਨਾਂ ਨੂੰ 500 ਨੂੰ ਵਾਪਸ ਲਿਆਂਦਾ ਜਾਂਦਾ, ਜਾਂ 500 ਆਉਂਦੇ ਇਕੱਠਿਆਂ ਨੂੰ ਤੁਸੀਂ ਲੈ ਕੇ ਨਹੀਂ ਆਉਣਾ ਚਾਹੀਦਾ ਸੀ। ਕਿਤੇ ਨਾ ਕਿਤੇ ਸਾਡੀ ਵੀ ਨਾ ਲੈ ਕੇ ਰਹੀ, ਲੇਕਿਨ ਪ੍ਰੈਸ਼ਰ ਬਿਲਡਅਪ ਕੀਤਾ ਗਿਆ। ਜਿਵੇਂ ਇੱਕ ਮੁਕਤਸਰ ਦਾ ਵਿਅਕਤੀ ਸੀ ਇੱਥੇ, ਉਹ ਧਰਨੇ ਤੇ ਬਹਿ ਗਿਆ ਥੋੜ੍ਹੇ ਦਿਨ ਪਹਿਲਾਂ,
ਕਿ ਮੈਂ ਧਰਨੇ ਤੇ ਬੈਠਾ ਹਾਂ, ਕਿਉਂਕਿ ਉਹ ਰਾਜਨੀਤੀ ਕਰ ਰਿਹਾ ਸੀ, ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ, ਉਹ ਰਾਜਨੀਤੀ ਕਰ ਰਿਹਾ। ਉਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀ, ਅਕਾਲੀ ਦਲ ਦਾ ਸੀ। ਕੋਈ ਕਹਿੰਦਾ ਕਿ ਮੈਨੂੰ ਰਾਸ਼ਨ ਬਣਾਉਣ ਨਹੀਂ ਦਿੱਤਾ ਜਾ ਰਿਹਾ। ਇਹ ਸਾਰੀ ਰਾਜਨੀਤੀ ਹੈ, ਕੋਈ ਕਿਸੇ ਨੂੰ ਰੋਕਦਾ ਨਹੀਂ ਚੰਗੇ ਕਰਮ ਕਰਨ ਤੋਂ ਇਸ ਵਕਤ। ਪਰ ਇਹ ਪ੍ਰੈਸ਼ਰ ਬਿਲਡ ਕੀਤਾ ਤੇ ਅੱਜ ਪੰਜਾਬ ਦੇ ਹਾਲਾਤ ਨਾਜ਼ੁਕ ਇਹਨਾਂ ਲੋਕਾਂ ਦੀ ਸਿਆਸਤ ਕਰਕੇ ਹੋ ਗਏ, ਜਿਨ੍ਹਾਂ ਨੇ ਘਰੋਂ ਨਹੀਂ ਨਿਕਲਣਾ। ਹੁਣ ਕਿਉਂ ਨਹੀਂ ਜਾਂਦੇ ਉਹਨਾਂ ਸ਼ਰਧਾਲੂਆਂ ਦਾ ਪਤਾ ਲੈਣ? ਮੁਕਤਸਰ 'ਚ ਹੀ 300 ਲੋਕਾਂ ਨੂੰ ਰੱਖਿਆ ਹੋਇਆ ਇੱਕ ਮੁਕਤੀਸਰ ਗੈਸਟ ਹਾਊਸ। ਅੱਜ ਮੇਰੇ ਹਲਕੇ 'ਚ ਇੱਕ ਬੰਦਾ ਪੋਜ਼ਿਟਿਵ ਆ ਗਿਆ, ਕੌਣੀ ਪਿੰਡ ਹੈ, ਸਾਰਾ ਪਿੰਡ ਨੂੰ ਸੀਲ ਕੀਤਾ ਹੋਇਆ, 47 ਲੋਕਾਂ ਨੂੰ ਅੱਗੇ ਮਿਲਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਆਸਤ ਬਿਲਕੁਲ ਨਹੀਂ ਕਰੋ। ਮੈਂ ਸ਼ੁਰੂ ਤੋਂ ਕਹਿਣਾ, ਕੋਈ ਪੱਤਰਕਾਰ ਨੇ, ਕਿਸੇ ਨੇ ਖਬਰ ਲਾਤੀ ਕਿ ਆਹ ਇਹਨੂੰ ਖਾਣਾ ਨਹੀਂ ਮਿਲ ਰਿਹਾ, ਭੜਕਾਉਣ ਵਾਲਾ ਕੰਮ ਨਾ ਕਰੋ, ਰਾਏ ਦੇਣ ਵਾਲਾ ਕੰਮ ਕਰੋ ਕਿ ਸਾਡੀ ਰਾਏ ਇਹ ਹੈ। ਚਾਹੇ ਉਹ ਕਾਂਗਰਸ ਦਾ ਵਿਅਕਤੀ ਹੈ, ਚਾਹੇ ਅਕਾਲੀ ਦਲ ਦਾ, ਚਾਹੇ ਕੋਈ ਵੀ ਹੈ। ਇਸ ਸਿਆਸਤ ਨੂੰ ਤੁਸੀਂ ਸਾਰੀ ਉਮਰ 45 ਸਾਲਾਂ ਦੇ ਸਿਆਸਤ ਕਰ ਰਹੇ ਹੋ, ਪਲੀਜ਼ ਇਹਨਾਂ ਕੰਮਾਂ 'ਤੇ ਸਿਆਸਤ ਨਾ ਕਰੋ। ਸੋ ਹੁਣ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਲੋਕਾਂ ਨੂੰ ਹੱਥ ਜੋੜ ਕੇ, ਕਿ ਜਿੰਨੇ ਲੋਕ ਬਾਹਰੋਂ ਆਏ ਹੈ, ਜਿਹੜਾ ਵਿਅਕਤੀ ਘਰ ਦੇ ਵਿੱਚ ਨਹੀਂ ਬੈਠ ਰਿਹਾ, ਚਾਹੇ ਉਹ ਮਹਾਰਾਸ਼ਟਰ ਤੋਂ ਆਇਆ, ਚਾਹੇ ਉਹ ਲੇਬਰ ਵਾਲਾ ਹੈ, ਚਾਹੇ ਉਹ ਦਿੱਲੀ ਤੋਂ ਆਇਆ ਹੈ, ਜਿਹੜਾ ਘਰੇ ਟਿੱਕੇ ਨਹੀਂ ਬੈਠ ਰਿਹਾ, ਉਹਦਾ ਆਂਢੀ ਗੁਆਂਢੀ ਪੁਲਿਸ ਨੂੰ ਰਿਪੋਰਟ ਦੇਵੇ। ਸਰਕਾਰ ਦਾ ਕੰਮ ਬਣਦਾ ਕਿ ਉਹਨਾਂ ਤੇ FIR ਦਰਜ ਕਰਨ। ਕਮ ਸੇ ਕਮ ਜਿਹੜੇ ਲੋਕ ਬਾਹਰੋਂ ਆਏ ਹੈ, ਚਾਹੇ ਉਹ ਸ਼ਰਧਾਲੂ ਹੈ, ਚਾਹੇ ਉਹ ਕਿਸੇ ਮਜ਼ਹਬ ਦੇ ਹੈ, ਚਾਹੇ ਉਹ ਕੋਈ ਲੇਬਰ ਕਲਾਸ ਹੈ, ਉਹ ਆਪਦੇ ਘਰਾਂ 'ਚ ਬੈਠਣ ਤੇ ਆਪਦੇ ਆਪ ਨੂੰ ਨਵੇਕਲਾ ਕਰ ਲੈਣ ਆਪਦੇ ਪਰਿਵਾਰ ਤੋਂ। ਤੇ ਜੇ ਉਹ ਘਰੇ ਨਹੀਂ ਬੈਠਦਾ, ਉਹਦੀ ਇਤਲਾਹ ਦਿਓ, ਸਾਡੀ ਜ਼ਿੰਮੇਵਾਰੀ ਬਣਦੀ ਹੈ। ਨਹੀਂ ਤਾਂ ਸਭ ਕੁਝ, ਸਾਰੇ ਇੰਤਜ਼ਾਮਾਤ ਥੋੜੇ ਪੈ ਜਾਣਗੇ। ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਪੰਜਾਬ ਦੇ ਰਹਿਣ ਵਾਲੇ ਲੋਗੋ, ਪੰਜਾਬੀਓ, ਹਰ ਵਿਅਕਤੀ ਆਪਦੀ ਜ਼ਿੰਮੇਵਾਰੀ ਸਮਝਦਾ ਹੋਇਆ ਗਲੀ 'ਚ ਪਤਾ ਕਰੋ ਕਿ ਤੁਹਾਡੀ ਗਲੀ 'ਚ ਬਾਹਰੋਂ ਕੌਣ ਆਇਆ ਹੈ, ਤੁਹਾਡੇ ਮਹੱਲੇ 'ਚ ਬਾਹਰੋਂ ਕੌਣ ਆਇਆ ਹੈ। ਤੁਹਾਡੇ ਕੋਈ ਯਾਤਰੀ ਤਾਂ ਨਹੀਂ ਆਇਆ। ਨਾ ਕੇਵਲ ਯਾਤਰੀ, ਕੋਈ ਵੀ ਬੰਦਾ ਜਿਹੜਾ ਬਾਹਰੋਂ ਆਇਆ, ਉਹ ਘਰ ਦੇ ਅਗਰ ਬਾਹਰ ਨਿਕਲਦਾ, ਉਹਦੇ ਤੇ ਕਾਰਵਾਈ ਕਰਾਓ। ਉਹਨੂੰ ਸਾਰੇ ਮਹੱਲੇ ਵਾਲੇ ਕਹੋ ਵੀ ਘਰੋਂ ਬਾਹਰ ਨਹੀਂ ਨਿਕਲਣਾ, ਉਹਨੂੰ ਬਿਲਕੁਲ ਨਾ ਮਿਲੋ, ਉਹ ਤੋਂ ਦੂਰੀ ਬਣਾ ਕੇ ਰੱਖੋ, ਤਾਂ ਜੋ ਨੁਕਸਾਨ ਨਾ ਉਹ ਕਰਦੇ। ਕਿਸੇ ਨੇ ਨਹੀਂ ਆਉਣਾ। ਮੈਂ ਵਾਰ-ਵਾਰ ਕਹਿੰਦਾ ਕਿ 3 ਲੋਕ ਭਾਈ ਸਾਹਿਬ ਨੂੰ ਚੱਕਣ ਆਏ ਸੀ, ਚੌਥਾ ਨਹੀਂ ਮਿਲਿਆ ਚੱਕਣ ਵਾਲਾ। ਹਾਲਾਤ ਇੰਨੇ ਮਾੜੇ ਹੋ ਜਾਣੇ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਰਾਜਨੀਤਿਕ ਉਹਨਾਂ ਲੋਕਾਂ ਨੂੰ ਜਿਹੜੇ ਹੁਣ ਵੀ ਸਿਆਸਤ ਕਰ ਰਹੇ ਆ, ਪਲੀਜ਼ ਸਿਆਸਤ ਛੱਡ ਦਿਓ। ਕਈ ਲੋਕ ਮੈਨੂੰ ਸਵਾਲ ਕਰਨਗੇ, ਵੈਂਟੀਲੇਟਰ ਨਹੀਂ ਹੈ, ਫਲਾਹ ਨਹੀਂ ਹੈ। ਅਸੀਂ ਤਾਂ ਇੱਕ ਵੈਂਟੀਲੇਟਰ ਲਿਆਂਦਾ, ਮੈਂ ਲਿਆਇਆ ਗਿੱਦੜਬਾਹ 'ਚ ਇੱਕ ਵੈਂਟੀਲੇਟਰ, ਜਿਹੜਾ ਕਿ ਸਾਡੀ ਵੈਨ 'ਚ ਲੱਗਿਆ ਹੋਇਆ ਹੈ। ਕਿਸੇ ਨੇ 10 ਸਾਲ ਸਰਕਾਰ ਰਹੀ, ਇੱਕ ਵੀ ਨਹੀਂ ਲੈ ਕੇ ਆਂਦਾ। ਲੇਕਿਨ ਅੱਜ ਮੈਂ ਪਹਿਲੀ ਵਾਰੀ ਰਾਜਨੀਤੀ ਗੱਲ ਕਰਨ ਲੱਗਿਆ, ਕਿਉਂਕਿ ਰਾਜਨੀਤੀ ਕਰਕੇ ਸਾਰਾ ਕੰਮ ਖਰਾਬ ਕਰਤਾ। ਜੇ ਲੋਕ ਰੌਲਾ ਨਾ ਪਾਉਂਦੇ, ਇਹ ਲੋਕ ਨਾ ਇੰਨਾ ਪ੍ਰੈਸ਼ਰ ਬਿਲਡਅਪ ਕਰਦੇ ਸਰਕਾਰ ਦੇ ਉੱਤੇ, ਤੇ ਕੱਲ ਕਾਹਨੂੰ ਹੋਣੀ ਸੀ। ਆਰਾਮ ਨਾਲ ਆਉਂਦੇ, ਇੰਤਜ਼ਾਮਤ ਕਰਦੇ। ਅਸੀਂ 1.25 ਮਹੀਨੇ ਦਾ ਕੰਟਰੋਲ ਕੀਤਾ ਹੋਇਆ ਸੀ। 1.25 ਮਹੀਨੇ ਦਾ ਅਸੀਂ ਕਿਸੇ ਨੂੰ ਬਾਹਰੋਂ ਨਹੀਂ ਆਉਣ ਦੇ ਰਹੇ ਸੀ। ਅਸੀਂ ਆਖਿਆ ਹੌਲੀ ਹੌਲੀ ਲੈ ਕੇ ਆਵਾਂਗੇ, ਤਰੀਕੇ ਨਾਲ। 5 ਆ ਗਏ, 7 ਆ ਗਏ, 10 ਆ ਗਏ, ਉਹਨਾਂ ਨੂੰ ਸੰਭਾਲ ਰਹੇ ਸੀ। ਪ੍ਰੈਸ਼ਰ ਬਿਲਡਅਪ, ਇਹਨਾਂ ਨੇ ਆਖਿਆ ਹੁਣ ਜਲਦੀ ਇਹ ਮੌਕਾ ਆ ਗਿਆ ਰਾਜਨੀਤੀ ਕਰਨ ਦਾ, ਇਹਦੇ ਤੇ ਕਰ ਲਓ। ਕਿ ਸਰਕਾਰ ਨੇ ਲਿਆਉਣੇ ਨਹੀਂ ਤੇ ਅਸੀਂ ਇਹਦੇ ਤੇ ਰਾਜਨੀਤੀ ਕਰਾਂਗੇ। ਅਸੀਂ ਤਾਂ ਦੋਨੋਂ ਪਾਸੇ ਮਰੇ, ਲਿਆਂਦੇ ਤਾਂ ਵੀ ਮਰੇ, ਨਹੀਂ ਲਿਆਉਂਦੇ ਤਦ ਵੀ ਮਰੇ। ਸੋ ਮੇਰੀ ਪੋਲੀਟੀਕਲ ਜਮਾਤ ਦੇ ਉਹਨਾਂ ਸੂਝਵਾਨ ਲੋਕਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਇਸ ਪੰਜਾਬ ਤੇ 40-50 ਸਾਲ ਰਾਜ ਕੀਤਾ ਹੈ, ਕਿਰਪਾ ਕਰਕੇ ਰਾਜਨੀਤੀ ਛੱਡ ਦਿਓ। ਤੁਹਾਨੂੰ ਲੋਕ ਬਖਸ਼ਣਗੇ ਨਹੀਂ। ਲੋਕ ਅਸਲੀਅਤ ਜਾਣਦੇ ਹੈ, ਹਰ ਕੰਮ ਵਾਲੇ ਦੀ ਜਾਣਦੇ ਹੈ, ਹਰ ਨਲਾਇਕ ਦੀ ਜਾਣਦੇ ਹੈ। ਲੋਕ ਚੰਗੇ ਵਿਅਕਤੀ ਬਾਰੇ ਜਾਣਦੇ ਹੈ, ਲੋਕ ਬੁਰੇ ਵਿਅਕਤੀ ਬਾਰੇ ਜਾਣਦੇ ਹੈ। ਸੋ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਦਾਨ ਪੁੰਨ ਕਰਨਾ ਹੈ ਤਾਂ ਘਰੇ ਕਰ ਲਓ। ਆ ਜਿਹੜੇ ਕੰਡਕਟਰ ਵਿਚਾਰੇ ਤੁਹਾਡੇ, ਅੱਜ ਅਸੀਂ ਸਰਕਾਰੀ ਬੱਸਾਂ ਦੇ ਕੰਡਕਟਰਾਂ ਨੂੰ, ਅੱਜ ਅਸੀਂ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੂੰ ਤਨਖਾਹ ਦੇ ਰਹੇ ਹਾਂ ਮਗਰ ਦੇ 1.5 ਮਹੀਨੇ ਤੋਂ। ਕਿਰਪਾ ਕਰਕੇ ਕੱਲ ਮੈਨੂੰ ਮਾਨਸਾ ਤੋਂ, ਗਿੱਦੜਬਾਹਾ ਤੋਂ, ਲੁਧਿਆਣੇ ਤੋਂ ਟਰਾਂਸਪੋਰਟਰ ਜਿਹੜੇ ਡਰਾਈਵਰ ਸੀਗੇ, ਉਹਨਾਂ ਦੀ ਯੂਨੀਅਨ ਦੇ ਫੋਨ ਆਏ ਕਿ ਸਾਨੂੰ ਕੁਝ ਟਰਾਂਸਪੋਰਟਰ ਤਨਖਾਹਾਂ ਨਹੀਂ ਦੇ ਰਹੇ। ਸੋ ਮੇਰੀ ਬੇਨਤੀ ਹੈ ਸਰਮਾਏਦਾਰਾਂ ਨੂੰ ਕਿ ਕਿਰਪਾ ਕਰਕੇ
क्योंकि ड्राइवर का गुजारा बस ऑपरेटर थोड़े को 500 बस है, किसी को 1000 बस है, ड्राइवर का जिहड़ा गुजारा है वो तनख्वाह ते हुंदा है। मेरी बेनती है तुहानू उन्हां लोगां नू स्कूलों वाले तनख्वाहां दे रहे आपदे स्टाफ नू, तुहानू बसां नू प्राइवेट ऑपरेटरां दे बसां नू भी आपदे ऑपरेटरां नू जिन्ने भी बेचारे जिहड़े तुहाडे ड्राइवर्स है तुहाडे कंडक्टर है उन्होंने तनख्वाह देनी चाहिए। जिहड़े दे रहे हो चंगी गल है, मैं उन्हां दा धन्नवाद करदा, ते जिहड़े नहीं दे रहे मेरी बेनती है कृपा करके कि ड्राइवर्स नू कंडक्टर नू तनख्वाह दित्ती जाए, क्योंकि वो बेचारे विच विचाले ना वो दिहाड़ी ते जा सकते हैं ना वो किते होर जा सकते हैं। सो उन्हां नू तनख्वाह देनी जिहड़े बसां दे मालक है, चाहे वो कांग्रेसी ने चाहे वो अकाली ने, उन्होंने जरूर देनी चाहिए। सो दोबारा फिर मैं बेनती करांगा, शायद मेरी बेनती प्रवान करेंगे बीबा हरसिमरत जी, और मैं उम्मीद करदा हां और आदरणीय विक्रम सिंह मजीठिया साहिब, सरदार सुखबीर सिंह बादल कि तुसी राजनीति नहीं करोगे आने वाले दिनों च। अगर कोई सलाह मशवरा होया तो जरूर लोगों नू देओगे, ये मैं मनदा है। और कोशिश करो कि जिते भी श्रद्धालु विचारे बैठे ने हों जां श्रद्धालुओं नू क्वारंटाइन किया हुआ है, उन्हां दे परिवारां दी मदद करो ते उन्हां नू जाके लंगर पानी दे विच आपदा हिस्सा पाओ, तां जो लोग कहन कि कुछ ना कुछ तुसी केवल चैनल ते बोल के और लाइव हो के बोल के आपदा काम नहीं किया, कुछ वाकई करके विखाया। सो मेरी बेनती है ते तमाम राजनीतिक पार्टियां नू, तमाम टीवी चैनलों नू मेरी बेनती है, छोटे तो वड्डे नू कोसन की बजाय हुण राय दिओ। ते मेरी हैल्थ डिपार्टमेंट नू बेनती है कि कृपा करके हुण सुचेत हो के जो होना सी हो गया, आपां दिन रात एक करके जिन्ने भी लोग कंटैक्ट दे विच एक दूजे दे आए है उन्हां नू आपां संभालीए। एंड पिंड आपदी जिम्मेदारी संभालो। हर पिंड दे विच चंगे मुंडे वलंटीयर्स टीमां क्लब हैगे हैं, वो टीमां बना के आपां लगिए, कौन किनू मिलिया सी उरे घर दे बाहर लिख के लाइए कि कृपा करके अंदर है, सो बाहर ना निकले, वो किसी नू होर ना मिले। जे एक बंदे के कंटैक्ट 7 आ गए, वो 7 बाहर ना निकलन। जे सिम्पटम्स नहीं है तो घरों ना निकलन, तो आपदे आप नू कमरे च कल्ला कर लैन, पासे दूर आपदे परिवार तो कर लैन, परिवार तो रोटी खाण गल्लां बातां कर दूर बह के, काफ़ी दूर बह के, ते आपदा परहेज करन। यही हुण चारा है, हर बंदा लग जाओ कि कित्थे बंदा कित्थों बाहरों आया है, उहदे ते निगाह बना लो। तो कोई ऐसी दिक्कत आउंदी है, जे कोई नहीं सुनता फिर भी गल नहीं मनता, वो जानबुझ के लोगों च घुम रहा है, तो उहदे ते बनदी कार्रवाई करवाओ, आपदे पुलिस थाने आपदे SDM नूं इतलाह दिओ। तुहाडा सारिਆਂ ਦਾ बहुत बहुत धन्नवाद। सो तुहाडा सारिਆਂ ਦਾ बहुत बहुत धन्नवाद। माफ़ी चाहुंदा मैं कल्ला ये काम ਜਾਂ कोई सरकार ਜਾਂ कोई व्यक्ति विशेष नहीं सिरे ला सकता। इनू पंजाब के 3 करोड़ लोगों को इकट्ठे होकर इसकी लड़ाई लड़नी पैनी है, फिर काम चलेगा। सो मेरी बेनती है सब नूं कि इकट्ठे होकर लड़ाई लड़ो, कालापन ना अपनाओ, जो हो गया। परमात्मा जिन्हें भी अपने भरा श्रद्धालु वीर आए है इन्हों कृपा करे, तो मेरी उन्होंने श्रद्धालुओं को ये बेनती है, वध तो वध शेयर करो जो कि कृपा करके भाई जी हाथ जोड़ के मेरी बेनती है थानू, रब का नाम लो, चौपाई साहब पाठ करो, लेकिन आपदे घरों बाहर ना निकलो। तो किसी व्यक्ति को आपदे घर के व्यक्तियों भी दूजिਆਂ ਨੂੰ ना मिलो, घट मिलो और दूरों मिलो, आपकी रोटी पानी खाओ तो एक पासे रहो। तो जो थोड़ी सेहत बिगड़ती है ਜਾਂ थोड़े हालात ज़्यादा नाजुक होंगे तो हैल्पलाइन पर कॉल करो, आपके पिंड के सरपंच को तला दो, SDM को तला दो, तो जो थानू हस्पताल लेके जा सके। बहुत बहुत धन्यवाद। थैंक यू। सत श्री अकाल साਰਿਆਂ ਨੂੰ।